इस चैनल को सब्सक्राइब करें और बेल आइकन दबाना ना भूलें। तो कारपोरेट मेन दुश्मन ने ਉਹਦੇ ਨਾਲ ਜਿਹੜੇ ਭਾਜਪਾ ਦਾ ਮੰਤਰੀ ਮੰਡਲ ਹੈ ਪੂਰਾ ਪ੍ਰਧਾਨ ਮੰਤਰੀ ਸਮੇਤ ਜੋਗੀ ਮੋਦੀ ਅਜੇ ਮਿਸ਼ਰਾ ਜੀ ਉਹਨਾਂ ਦੇ ਪੁਤਲੇ ਵੀ ਅਸੀਂ ਫੂਕ ਰਹੇ ਹਾਂ। ਇਹ ਸਰਕਾਰਾਂ ਜਿਹੜੀਆਂ ਸਾਡੇ ਨਾਲ ਬਹੁਤ ਧੱਕਾ ਕਰ ਰਹੀਆਂ ਵਾ, ਅਸੀਂ ਬਹੁਤ ਦੁਖੀ ਹੋ ਗਏ ਨਾ ਸਰਕਾਰਾਂ ਤੋਂ। ਫਸਲਾਂ ਸਾਡੀਆਂ ਨਹੀਂ ਵਿਕਦੀਆਂ, ਬੱਚੇ ਸਾਡੇ ਬੇਰੁਜ਼ਗਾਰ ਨਸ਼ਈ ਹੋ ਗਏ ਆ ਤੇ ਜੋ ਕਿਸਾਨ ਹੈ ਉਹਨਾਂ ਦੇ ਉੱਤੇ ਵੀ ਬਹੁਤ ਜ਼ੁਲਮ ਹੋ ਰਹੇ ਨੇ। ਅਸੀਂ ਬੜੇ ਦੁਖੀ ਹਾਂ। ਅਸੀਂ ਕਿਸੇ ਨੂੰ ਦੱਸਿਆ ਕਿ ਸਾਡਾ ਖੁਦ ਆਪਣਾ ਬੱਚਾ ਵੀ ਸਾਡੇ ਰਿਸ਼ਤੇਦਾਰਾਂ ਦੇ ਆਂਢ ਗੁਆਂਢ ਦੇ ਬੱਚੇ ਮਰ ਗਏ, ਬੱਚਿਆਂ ਨੇ ਪਿਓ ਮਾਰ ਕੱਤੇ। ਐਡਾ ਮੰਦਾ ਹਾਲ ਸਾਡੇ ਪਿੰਡਾਂ ਦਾ ਜਿੱਦਾਂ ਕੋਈ ਨਹੀਂ। ਉਹ ਘਟਨਾ ਇੱਕ ਧਾਰਮਿਕ ਘਟਨਾ ਸੀਗਾ। ਉਹਨਾਂ ਨੇ ਕਿਹਾ ਵੀ ਸਰਬਲੋ ਦਾ ਗ੍ਰੰਥ ਸੀਗਾ ਜਿਹਦਾ ਇਹ ਬੰਦਾ ਬੇਅਦਬੀ ਕਰਨ ਆਇਆ ਸੀ, ਤਾਂ ਸਰਬਜੀਤ ਨੇ ਕਿਹਾ ਵੀ ਮੈਂ ਇਹਨੂੰ ਮਾਰਤਾ ਵਾ। ਉਦੋਂ ਬਾਅਦ ਉਹਨਾਂ ਗ੍ਰਿਫਤਾਰੀ ਦਿੱਤੀ ਆ ਵੀ ਅਸੀਂ ਗ੍ਰਿਫਤਾਰੀ ਦੇ ਕੇ ਨਿਆਂਪਾਲਿਕਾ ਦਾ ਸਾਹਮਣਾ ਕਰਾਂਗੇ। ਤੇ ਲਖੀਮਪੁਰ ਖੀਰੀ ਵਾਲੇ ਵੀ ਐਂ ਕਰ ਦਿੰਦੇ, ਆਪਣੇ ਆਪ ਨੂੰ ਗ੍ਰਿਫਤਾਰੀ ਦਿੰਦੇ ਵੀ ਜੇ ਅਸੀਂ ਕਰ ਲਿਆ ਤਾਂ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ। ਤਾਂ ਠੀਕ ਹੈ, ਕਾਨੂੰਨ ਜੋ ਅੱਗੇ ਗਾਹਾਂ ਕਾਨੂੰਨ ਕਰੂਗਾ, ਕੀ ਕਰਦੀ ਦਾਲ ਤੇ ਗਾਂ ਦਾ ਵਿਸ਼ਾ। ਜਿਸ ਪੰਜਾਬ ਨੂੰ ਕਹਿੰਦੇ ਇਹ ਸੋਨੇ ਦੀ ਚਿੜੀ ਆ, ਜੋ ਲੋਹੇ ਦੀ ਵੀ ਨਹੀਂ ਰਹੇਗੀ। दी फौज देख रहे तमाम दोस्तों को दीपक भंडारी का नमस्कार। हम पहुंचे हैं रंजीत एवेन्यू ग्राउंड में। आप देख सकते हैं हमारे पीछे, ठीक पीछे एक पुतला बनाया हुआ है जिसमें कारपोरेट घरानों का यह पुतला बनाया गया है। नरेंद्र मोदी प्रधानमंत्री की तस्वीर इसके ऊपर लगाई गई है, अमित शाह गृह मंत्री की तस्वीर इसके ऊपर लगाई गई है, नरेंद्र सिंह तोमर की तस्वीर भी इसके ऊपर है, अंबानी अडानी की तस्वीरें भी इस पर लगाई गई हैं, आदित्यनाथ योगी उत्तर प्रदेश के मुख्यमंत्री उनकी तस्वीर भी है, मनोहर लाल खट्टर जो कि हरियाणा के मुख्यमंत्री उनकी तस्वीर भी है, और अजय मिश्रा जो लखीमपुर कांड जो हुआ था जिसमें इनके ही बेटे इस मामले में आरोपी दोषी थे जिन्हें गिरफ्तार किया गया है। इससे हम आपको बता दें कि ठीक एक दिन पहले कुछ फीट की दूरी पर तीनों पुतले रावण, कुंभकर्ण और मेघनाथ के पुतले जलाए गए थे। आज ठीक उसके ठीक बगल में यह फिर पुतला खड़ा किया गया है जिसे रावण रूपी नाम दिया गया और कहा है कि देश की बर्बादी के लिए ये सभी लोग जिम्मेदार हैं। आप देख सकते हैं कि भारी संख्या में महिलाएं भी यहां पर पहुंची हुई हैं और यहां पर हमारे साथ किसान नेता भी मौजूद हैं। आखिरकार तीनों कृषि कानूनों को लेकर किसान लगातार संघर्ष कर रहे हैं। कई तरह की घटनाएं भी हो चुकी हैं, कई किसान शहीद हो चुके हैं। अब जो कल घटना हुई है सिंगू बॉर्डर पर, जिसकी उसकी जितनी निंदा की जाए कम है। इन सभी बातों को लेकर हम बात करेंगे आज। हमारे साथ हैं नेता सरवन सिंह पंदेर जो किसान मजदूर संघर्ष कमेटी के प्रदेश महासचिव हैं। उनसे बात करते हैं कि आखिरकार ये आंदोलन कब खत्म होगा। ये किसान लगातार, देखिए अब इनका कार्यक्रम 18 तारीख को रेल रोकने का भी है। देश की संपत्तियों और देश को कितना नुकसान आर्थिक तौर पर हो रहा है, इन तमाम चीज़ों को लेकर हम बात करते हैं सरवन सिंह पंदेर के साथ। पंदेर साहब, ਤੁਹਾਡੇ ਵੱਲੋਂ ਕਾਰਪੋਰੇਟ ਘਰਾਣੇ ਦਾ ਅੱਜ ਪੁਤਲਾ ਜਲਾਇਆ ਜਾ ਰਿਹਾ। ਦੇਖਿਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹੈ, ਅਮਿਤ ਸ਼ਾਹ ਦੀ ਤਸਵੀਰ ਹੈ, ਦੋ ਮੁੱਖ ਮੰਤਰੀ ਨੇ, ਇੱਕ ਮਨੋਹਰ ਲਾਲ ਖੱਟਰ ਨੇ, ਯੋਗੀ ਆਦਿੱਤਿਆਨਾਥ ਨੇ, ਅਡਾਨੀ ਅੰਬਾਨੀ ਦੀ ਤਸਵੀਰਾਂ। ਕਿਉਂ? ਆ ਦੇਖੋ, ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਪੂਰੀ ਦੁਨੀਆ ਦੀ ਰਾਜਨੀਤੀ ਨੂੰ ਚਲਾ ਰਹੇ ਨੇ। ਜਿੰਨਾ ਵੀ ਆਰਥਿਕ ਏਜੰਡਾ ਤੈਅ ਹੁੰਦਾ ਉਹ ਕਾਰਪੋਰੇਟ ਘਰਾਣਿਆਂ ਦਾ, ਜਿਹੜੀ ਵਿਸ਼ਵ ਭਰ ਸੰਸਥਾ ਵਾ, ਵਰਲਡ ਬੈਂਕ ਹੈ, ਉਹਨਾਂ ਥਰੂ ਤੈਅ ਹੁੰਦਾ ਵਾ। ਤਾਂ ਅੱਜ ਭਾਰਤ ਦੇ ਜਿੰਨੇ ਵੀ ਆਰਥਿਕ ਸੋਮੇ ਨੇ ਉਹ ਉਹਨਾਂ ਦੇ ਕੰਟਰੋਲ 'ਚ ਆ। ਪੈਟਰੋਲ ਡੀਜ਼ਲ ਕਿਉਂ ਤਾਂ ਗਿਆ, ਉਹਨਾਂ ਨੇ ਕੰਟਰੋਲ ਕਰ ਲਿਆ। ਕੋਲੇ ਵਾਲੀ ਸਮੱਸਿਆ ਕਿਉਂ ਆਈ ਹੈ ਵੀ ਕੋਲਾ ਖਣਨ ਤੇ ਬਿਜਲੀ ਪੈਦਾ ਕਰਨ ਤੇ ਪੂਰਾ ਕਾਰਪੋਰੇਟ ਦਾ ਕਬਜ਼ਾ। ਤਾਂ ਉਹਨਾਂ ਦੋਵਾਂ ਚੌਵਾਂ ਦਿਨਾਂ 'ਚ ਰੌਲਾ ਪਾ ਕੇ ਆਪਦੇ ਕੋਲੇ ਦੀਆਂ ਕੀਮਤਾਂ ਵਧਾ ਲਈਆਂ, ਬਿਜਲੀ ਵੀ 16 ਰੁਪਈਏ ਨੂੰ ਖਰੀਦਣੀ ਪਈ ਪੰਜਾਬ ਸਰਕਾਰ ਨੂੰ। ਤਾਂ ਉਹਨਾਂ ਦਾ ਪੂਰਾ ਕਬਜ਼ਾ ਵਾ। ਕੋਈ ਵੀ ਖੇਤਰ ਅਜਿਹਾ ਨਹੀਂ ਰਹਿ ਗਿਆ ਜਿੱਥੇ ਕਾਰਪੋਰੇਟ ਕਬਜ਼ਾ ਨਹੀਂ। ਖੇਤੀ ਸੈਕਟਰ ਬਚਿਆ ਸੀਗਾ, ਹੁਣ ਖੇਤੀ ਸੈਕਟਰ ਤੇ ਵੀ ਕਬਜ਼ਾ ਲੈਣ ਦੀ ਤਿਆਰੀ ਆ। ਤਾਂ ਕਾਰਪੋਰੇਟ ਮੇਨ ਦੁਸ਼ਮਨ ਨੇ। ਉਹਦੇ ਨਾਲ ਜਿਹੜੇ ਭਾਜਪਾ ਦਾ ਮੰਤਰੀ ਮੰਡਲ ਹੈ ਪੂਰਾ ਪ੍ਰਧਾਨ ਮੰਤਰੀ ਸਮੇਤ ਜੋਗੀ ਮੋਦੀ ਅਜੇ ਮਿਸ਼ਰਾ ਜੀ ਉਹਨਾਂ ਦੇ ਪੁਤਲੇ ਵੀ ਅਸੀਂ ਫੂਕ ਰਹੇ ਹਾਂ। पंदेर साहब, लगातार किसान एक साल तो संघर्ष कर रहे हैं ਤਿੰਨਾਂ कृषि कानूनों के विरोध ਦੇ ਵਿੱਚ। करीब 650 किसान शहीद हो गए ਨੇ, पर सरकार ਕਿਸੇ 11 ਦੌਰ ਦੀ ਗੱਲ ਹੁੰਦੀ ਹੈ, ਗੱਲ ਕਿਸੇ ਸਿਰੇ ਨਹੀਂ ਲੱਗਦੀ। ਤੇ ਤੁਹਾਨੂੰ ਕੀ ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਇੰਟਰਵੀਨ ਕਰਨਾ ਚਾਹੀਦਾ ਹੈ ਤੇ ਅੰਦੋਲਨ ਕਦੋਂ ਤੱਕ ਚੱਲੇਗਾ? ਦੇਖੋ, ਪ੍ਰਧਾਨ ਮੰਤਰੀ ਜੀ ਨੂੰ ਲਖੀਮਪੁਰ ਖੀਰੀ ਵਾਲੀ ਘਟਨਾ ਤੇ ਬੋਲਣਾ ਚਾਹੀਦਾ ਵੀ ਉਹ ਇਹਨੂੰ ਜਾਇਜ਼ ਸਮਝਦੇ ਆ, ਨਜਾਇਜ਼ ਸਮਝਦੇ। ਅਜੇ ਤੱਕ ਉਹਨਾਂ ਸ਼ਬਦ ਨਹੀਂ ਬੋਲਿਆ। ਪੂਰੀ ਦੁਨੀਆ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਲੈ ਕੇ ਜਿਵੇਂ ਭਾਰਤ ਦੀ ਛਵੀ ਬਦਨਾਮ ਹੋਈ ਆ, ਅਜੇ ਵੀ ਉਹ ਮੰਤਰੀ ਜਿਹਦੇ ਤੇ 120 ਦਾ ਪਰਚਾ ਵਾ
ਅਸੀਂ ਵੀ ਕਹਿੰਦੇ ਕਾਨੂੰਨ ਤੇ ਵਿਸ਼ਵਾਸ ਰੱਖਣਾ ਚਾਹੀਦਾ, ਕਾਨੂੰਨ ਅਨੁਸਾਰ ਕੰਮ ਹੋਣਾ ਚਾਹੀਦਾ। ਪਰ ਜਦੋਂ ਤੁਹਾਡਾ ਮੰਤਰੀ ਜਿਹਦੇ ਤੇ ਪਰਚਾ ਵਾ ਉਹੀ ਹਜੇ ਮੰਤਰੀ ਮੰਡਲ 'ਚ ਰਹੂਗਾ ਤਾਂ ਲੋਕ ਕਾਨੂੰਨ ਤੇ ਵਿਸ਼ਵਾਸ ਕਿਉਂ ਕਰਨਗੇ? ਇਹ ਸਵਾਲ ਆ। ਤਾਂ ਪ੍ਰਧਾਨ ਮੰਤਰੀ ਜੀ ਨੂੰ ਖੁਦ ਅੱਗੇ ਆ ਕੇ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ। ਪੰਦੇਰ ਸਾਹਿਬ, ਕੱਲ ਸਿੰਘੂ ਬਾਰਡਰ ਤੇ ਘਟਨਾ ਹੁੰਦੀ ਹੈ, ਇੱਕ ਵਿਅਕਤੀ ਨੂੰ ਹੱਥ ਕੱਟ ਕੇ ਉਹਦਾ ਪੈਰ ਕੱਟ ਕੇ ਲਟਕਾਤਾ ਜਾਂਦਾ ਹੈ, ਉਹਨੂੰ ਉਹ ਦਰਦਨਾਕ ਕਰਾਦਾ, ਕਹਿੰਦਾ ਕਿ ਇਹਦੇ ਨਾਲੋਂ ਚੰਗਾ ਤੁਸੀਂ ਮੇਰੀ ਗਰਦਨ ਕੱਟ ਦਿਓ। ਤੇ ਇਸ ਘਟਨਾ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸ ਤਰ੍ਹਾਂ ਦੇਖਦੀ ਹੈ? ਦੇਖੋ, ਜਿਹੜੀ ਕੱਲ ਉੱਥੇ ਘਟਨਾ ਘਟੀ ਆ, ਜਿਨ੍ਹਾਂ ਨੇ ਵੀ ਉਹ, ਕਿਉਂਕਿ ਉਹ ਕਿਸਾਨ ਅੰਦੋਲਨ ਨਾਲ ਸੰਬੰਧਿਤ ਨਹੀਂ ਹੈਗੀ ਸੀ, ਉਹ ਘਟਨਾ ਇੱਕ ਧਾਰਮਿਕ ਘਟਨਾ ਸੀਗਾ। ਉਹਨਾਂ ਨੇ ਕਿਹਾ ਵੀ ਸਰਬਲੋ ਦਾ ਗ੍ਰੰਥ ਸੀਗਾ ਜਿਹਦਾ ਇਹ ਬੰਦਾ ਬੇਅਦਬੀ ਕਰਨ ਆਇਆ ਸੀ, ਤਾਂ ਸਰਬਜੀਤ ਨੇ ਕਿਹਾ ਵੀ ਮੈਂ ਇਹਨੂੰ ਮਾਰਤਾ ਵਾ। ਉਦੋਂ ਬਾਅਦ ਉਹਨਾਂ ਗ੍ਰਿਫਤਾਰੀ ਦਿੱਤੀ ਆ ਵੀ ਅਸੀਂ ਗ੍ਰਿਫਤਾਰੀ ਦੇ ਕੇ ਨਿਆਂਪਾਲਿਕਾ ਦਾ ਸਾਹਮਣਾ ਕਰਾਂਗੇ ਵੀ ਇਹ ਕੰਮ ਨਹੀਂ ਹੋਣਾ। ਉਹ ਉੱਥੇ ਡਿਸਕਲੋਜ਼ ਹੋ ਗਿਆ ਵੀ ਠੀਕ ਆ, ਉਹਨਾਂ ਗ੍ਰਿਫਤਾਰੀ ਦਿੱਤੀ। ਜੇ ਉਹ ਬੰਦੇ ਭੱਜਦੇ ਕਿਸੇ ਬੰਨੇ ਚਲੇ ਜਾਂਦੇ ਫਿਰ ਸਾਨੂੰ ਹੁੰਦਾ ਵੀ ਠੀਕ ਹੈ ਸਾਡੇ ਲਾਗੇ ਘਟਨਾ ਹੋਈ ਆ ਤੇ ਇਹ ਕਾਨੂੰਨ ਦਾ ਸਾਹਮਣਾ ਕਰਨਾ ਚਾਹੀਦਾ ਹੈ। ਹਾਂ, ਮੈਂ ਉਹੀ ਗੱਲ ਕਹੀ ਆ ਵੀ ਹੋਣਾ ਤੇ ਚਾਹੀਦਾ ਵੀ ਕਾਨੂੰਨ ਅਨੁਸਾਰ ਸਾਰਾ ਕੁਝ ਹੋਵੇ। ਪਰ ਜਿਹੜੀ ਮੈਂ ਪਹਿਲੀ ਤੁਹਾਨੂੰ ਗੱਲ ਕਹੀ ਆ, ਪੰਜਾਬ 'ਚ ਜੋ ਕੁਝ ਹੋਇਆ, ਉਹਨਾਂ ਨੇ ਕਿਹਾ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ 'ਚ ਹੋਈ, ਕਾਨੂੰਨ ਮੁਤਾਬਕ ਕੋਈ ਨਾ ਕੋਈ ਜਿਹੜਾ ਕਾਨੂੰਨ ਸਮਝਦਾ ਵੀ ਆ ਦੋਸ਼ੀ ਆ, ਸਜ਼ਾਵਾਂ ਹੋਣੀਆਂ ਚਾਹੀਦੀਆਂ। ਬਹੁਤ ਸਾਰੇ ਥਾਵਾਂ ਤੇ ਲੋਕਾਂ ਨੂੰ ਜਸਟਿਸ ਨਹੀਂ ਮਿਲਦਾ, ਤਾਂ ਫਿਰ ਲੋਕ ਸਧਾਰਨ ਲੋਕ ਨੇ, ਫਿਰ ਉਹ ਆਪ ਮਾਹਰ ਇਹ ਚੀਜ਼ਾਂ ਨੂੰ ਜਸਟਿਸ ਕਰਨ ਦਾ ਯਤਨ ਕਰਦੇ ਨੇ। ਬੇਸ਼ੱਕ ਨਹੀਂ ਹੋਣਾ ਚਾਹੀਦਾ। ਤਾਂ ਮੈਂ ਇਸੇ ਕਰਕੇ ਕਿਹਾ ਸੀ ਵੀ ਜੇ ਅਜੇ ਮਿਸ਼ਰਾ ਵਰਗੇ ਵੀ ਹਜੇ ਬਾਹਰ ਘੁੰਮਣਗੇ ਤਾਂ ਅਸੀਂ ਕਿਵੇਂ ਲੋਕਾਂ 'ਚ ਵਿਸ਼ਵਾਸ ਪੈਦਾ ਕਰਾ ਸਕਾਂਗੇ ਵੀ ਤੁਸੀਂ ਕਾਨੂੰਨ ਤੇ ਵਿਸ਼ਵਾਸ ਕਰੋ ਤੇ ਕਾਨੂੰਨ ਅਨੁਸਾਰ ਆਪ ਦਾ ਕੰਮ ਕਰੋ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਘਟਨਾ ਦੀ ਨਿੰਦਾ ਕਰਦੀ ਹੈ, ਜੋ ਵੀ ਕੱਲ ਘਟਨਾ ਉੱਥੇ ਹੋਇਆ ਸਿੰਘੂ ਬਾਰਡਰ ਤੇ। ਮੈਨੂੰ ਨਹੀਂ ਲੱਗਦਾ ਕੱਲ ਸਾਰੀਆਂ ਜਥੇਬੰਦੀਆਂ ਦਾ ਆ ਗਿਆ ਨਾ ਕੋਈ ਵੀ, ਪਰ ਦੂਜਾ ਵੀ ਇਹ ਕਿਸਾਨ ਅੰਦੋਲਨਾਂ ਨੂੰ ਜੋੜ ਕੇ ਵੇਖਣਾ ਨਹੀਂ ਚਾਹੀਦਾ। ਮੰਨ ਲਓ ਦਿੱਲੀ 'ਚ ਸਭ ਕੁਝ ਘਟਦੀ ਆ, ਪ੍ਰਧਾਨ ਮੰਤਰੀ ਜੀ ਰਹਿੰਦੇ ਰਾਸ਼ਟਰਪਤੀ, ਅਸੀਂ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਕਹਾਂਗੇ, ਠੀਕ ਆ। ਕਦੇ ਵੀ ਕਿਸਾਨ ਜਥੇਬੰਦੀਆਂ ਕਦੇ ਵੀ ਨਹੀਂ ਚਾਹੁੰਦੀਆਂ ਵੀ ਜਿਹਾ ਸਮਾਂ ਆਵੇ, ਜਿਹੋ ਜਿਹਾ ਮਾਹੌਲ ਬਣੇ ਵੀ ਜਿਹਦੇ ਨਾਲ ਕੋਈ ਸਮੱਸਿਆ ਖੜੀ ਹੋਵੇ। ਪਰ ਉਹਨਾਂ ਨੇ ਤਾਂ ਕਲੀਅਰ ਕਿਹਾ ਨਾ, ਮੈਂ ਤਾਂ ਕਹਿੰਦਾ ਵੀ ਉਹ ਡਿਸਕਲੋਜ਼ ਇਸ ਕਰਕੇ ਕਿਤੇ ਲਖੀਮਪੁਰ ਖੀਰੀ ਵਾਲੇ ਵੀ ਐਂ ਕਰ ਦਿੰਦੇ, ਆਪਣੇ ਆਪ ਨੂੰ ਗ੍ਰਿਫਤਾਰੀ ਦਿੰਦੇ ਵੀ ਜੇ ਅਸੀਂ ਕਰ ਲਿਆ ਤਾਂ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ। ਤਾਂ ਠੀਕ ਹੈ, ਕਾਨੂੰਨ ਜੋ ਅੱਗੇ ਗਾਹਾਂ ਕਾਨੂੰਨ ਕਰੂਗਾ, ਕੀ ਕਰਦੀ ਦਾਲ ਤੇ ਗਾਂ ਦਾ ਵਿਸ਼ਾ ਵਾ। ਪੰਦੇਰ ਸਾਹਿਬ, ਪਰਾਲੀ ਇੱਕ ਵੱਡਾ ਮੁੱਦਾ ਰਿਹਾ ਹੈ ਹਮੇਸ਼ਾ। ਪਰਾਲੀ ਕਹਿੰਦੇ ਵੀ ਕਿਸਾਨ ਸਾੜਦੇ ਆ, ਪ੍ਰਦੂਸ਼ਣ ਹੁੰਦਾ ਹੈ। ਤੇ ਇਸ ਵਾਰੀ ਦੇਖੋ ਪ੍ਰਦੂਸ਼ਣ ਉਹਨਾਂ ਤਾਂ ਨਹੀਂ ਹੋਇਆ, ਬਟ ਕਿਸਾਨ ਅਜੇ ਵੀ ਪਰਾਲੀ ਸਾੜ ਰਿਹਾ। ਤੇ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਜਾਂ ਤੇ ਕਿਸਾਨ ਨੂੰ ਹੀ ਸਮਝਣਾ ਚਾਹੀਦਾ, ਕਿਉਂਕਿ ਉਹਦੇ ਨਾਲ ਦੋ ਨੁਕਸਾਨ ਹੋ ਰਿਹਾ, ਇੱਕ ਵਾਤਾਵਰਨ ਖਰਾਬ ਹੋ ਰਿਹਾ ਤੇ ਦੂਜਾ ਜਿਹੜੀ ਜ਼ਮੀਨ ਜਿਹੜੀ ਹੈ ਉਹ ਜਿਹੜੀ ਹੈ ਬੰਜਰ ਹੋ ਰਹੀ ਹੈ। ਆ ਦੇਖੋ, ਕਿਸਾਨ ਪਹਿਲੇ ਦਿਨ ਤੋਂ ਸਮਝ ਰਿਹਾ, ਠੀਕ ਹੈ ਜੀ, ਸਰਕਾਰ ਇਹਨੂੰ ਨਹੀਂ ਸਮਝ ਰਹੀ। ਅਸੀਂ ਤਾਂ ਕਹਿੰਦੇ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ, ਨਹੀਂ ਲੱਗਣੀ ਵੀ ਨਹੀਂ ਚਾਹੀਦੀ, ਪਰ ਇਹਦਾ ਕੋਈ ਸਾਨੂੰ ਬਦਲ ਲਿਆਓ, ਕੋਈ ਇਹੋ ਜਿਹੀ ਮਸ਼ੀਨਰੀ। ਇਹ ਗ੍ਰੀਨ ਟ੍ਰਿਬਿਊਨਲ ਨੇ ਵੀ ਕਿਹਾ ਹੈ ਵੀ 5 ਕਿੱਲੇ ਤੱਕ ਕਿਸਾਨ ਨੂੰ ਮੁਫਤ ਮਸ਼ੀਨਰੀ ਆ। ਅਜੇ ਤੱਕ ਸਰਕਾਰ ਦੀ ਕੋਈ ਮਸ਼ੀਨਰੀ ਥੱਲੇ ਕਾਮਯਾਬ ਨਹੀਂ ਹੋਈ। ਦੱਸ ਦਿਓ ਇਹਦਾ ਹੱਲ ਕੋਈ ਨਹੀਂ, ਮੁਆਵਜ਼ਾ ਸਾਨੂੰ ਕੋਈ ਨਹੀਂ। ਆਪਣੇ ਪੱਧਰ ਤੇ ਕਿਸਾਨ ਜਿੰਨਾ ਕਰ ਸਕਦੇ ਆ ਆਪਣੇ ਤੇ ਆਰਥਿਕ ਬੋਝ ਪਾ ਕੇ ਉਹ ਕਰ ਰਹੇ ਨੇ, ਪਰ ਇਹਦਾ ਹੱਲ ਕੋਈ ਨਹੀਂ ਹੈਗਾ। ਸਰਕਾਰ ਸਾਨੂੰ ਮਜਬੂਰ ਕਰਦੀ ਪਰਾਲੀ ਨੂੰ ਅੱਗ ਲਾਉਣ ਲਈ। ਦੂਜਾ, ਇਹ ਪੋਲੂਸ਼ਨ ਵਾਲਾ ਸੈਕਟਰ ਕਦੀ ਇੱਥੇ ਨਹੀਂ ਮੁੱਕ ਚੱਲਿਆ ਵੀ 6% ਜਿਹੜੀ ਗੱਲ ਤੋਂ ਪੋਲੂਸ਼ਨ ਹੁੰਦਾ ਉੱਤੇ ਸਾਰਾ ਨਜਲਾ ਡਿੱਗੇ। ਤਾਂ 51% ਤਾਂ ਇੰਡਸਟਰੀ ਤੋਂ ਹੁੰਦਾ, 25% ਆਵਾਜਾਈ ਦੇ ਸਾਧਨਾਂ ਤੋਂ ਹੁੰਦਾ, ਬਹੁਤ ਸਾਰੇ ਹੋਰ ਸਾਧਨ ਆ। ਸਾਨੂੰ ਕੰਪਲੀਟ ਪ੍ਰਦੂਸ਼ਣ ਵਾਲੇ ਖੇਤਰ ਤੇ ਕੰਮ ਕਰਨਾ ਚਾਹੀਦਾ, ਖੇਤੀ ਸੈਕਟਰ ਤੇ ਵੀ ਪੋਲੂਸ਼ਨ ਨਹੀਂ ਹੋਣਾ ਚਾਹੀਦਾ। ਅੱਛਾ ਪੰਦੇਰ ਸਾਹਿਬ, ਦੇਖੋ ਕਿਸਾਨ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਕਈ ਵਾਰੀ ਭਾਰਤ ਬੰਦ ਕੀਤਾ ਗਿਆ, ਹੁਣ 18 ਤਰੀਕ ਨੂੰ ਰੇਲ ਰੋਕੀ ਜਾ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਆਮ ਲੋਕਾਂ ਨੂੰ ਨੁਕਸਾਨ ਹੁੰਦਾ ਹੈ? ਤੇ ਇਹਦੇ ਨਾਲ ਇਹ ਸਵਾਲ ਹੈ, ਕਿਸਾਨ ਆਪਣਾ ਵਿਰੋਧ ਜਤਾਉਣ ਤੇ ਕਿਸਾਨ ਇਹ ਨਹੀਂ ਕਰ ਸਕਦੇ ਦੇਸ਼ ਭਰ ਵਿੱਚ ਅਸੀਂ ਇੱਕ ਸਾਲ ਫਸਲ ਨਹੀਂ ਉਗਾਵਾਂਗੇ ਜਿੰਨਾ ਚਿਰ ਪ੍ਰਧਾਨ ਮੰਤਰੀ ਸਾਡੀ ਗੱਲ ਨਹੀਂ ਸੁਣਦੇ ਜਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਇਹਦੇ ਵਿਰੋਧ ਕਿਸਾਨਾਂ ਦੀ ਕਾਸ਼ ਕਿਤੇ ਇੰਨੀ ਚੰਗੀ ਹਾਲਤ ਹੁੰਦੀ ਤਾਂ ਅਸੀਂ ਇਹ ਵੀ ਕਰ ਸਕਦੇ ਸੀਗੇ, ਪਰ ਉਹ ਸੰਭਵ ਨਹੀਂ ਹੈਗਾ। ਜਿਹੋ ਜਿਹੀਆਂ ਹਾਲਤਾਂ ਨੇ, ਰੋਜ਼ ਮਤਲਬ ਜਿਹੜੇ ਪੰਜਾਬ ਹਰਿਆਣਾ ਛੱਡ ਕੇ ਬਾਹਰ ਵਾਲੇ ਕਿਸਾਨ ਆ, ਉਹ ਕਹਿੰਦੇ ਅਸੀਂ ਤਾਂ ਰੋਜ਼ ਕਮਾਉਣਾ, ਰੋਜ਼ ਖਾਣਾ। ਉਹ ਤਾਂ ਮਜ਼ਦੂਰੀ ਵੀ ਨਾਲ ਕਰਦੇ ਆ, ਉਹਨਾਂ ਕੋਲ ਤੇ ਸਮੱਸਿਆ ਇਸ ਕਿਸਮ ਦੀ ਆ। ਅਸੀਂ ਨਹੀਂ ਚਾਹੁੰਦੇ ਰੇਲਾਂ ਡੱਕਣੀਆਂ, ਅਸੀਂ ਤਾਂ ਕਿਹਾ ਵੀ ਤੁਹਾਨੂੰ ਟਾਈਮ ਦਿੱਤਾ, ਟਾਈਮ ਦੇ ਵਿੱਚ ਤੁਸੀਂ ਆਪਦਾ ਕੰਮ ਕੰਪਲੀਟ ਕਰ ਲਓ। ਉਹ ਟਾਈਮ ਤੋਂ ਬਾਅਦ ਵੇਟ ਕਰਨ ਤੋਂ ਬਾਅਦ ਫੇਰ ਕਿਹਾ ਵੀ ਤੁਹਾਨੂੰ ਟਾਈਮ ਦਿੱਤਾ। ਹੁਣ ਸਰਕਾਰ ਲਖੀਮਪੁਰ ਖੀਰੀ ਵਾਲੀ ਘਟਨਾ ਦਾ ਕੋਈ ਹੱਲ ਨਹੀਂ ਕਰਦੀ। ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦਾ ਪ੍ਰੈਸ਼ਰ ਵੀ ਹੈਗਾ, ਆਮ ਜਨਤਾ ਦਾ ਵੀ ਹੈਗਾ, ਤਾਂ ਉਹਦੇ ਵਿੱਚ ਕੋਈ ਨਾ ਕੋਈ 5-4 ਘੰਟੇ ਦਾ ਪ੍ਰੋਗਰਾਮ ਕਰਕੇ, ਉਹ ਵੀ ਡੈਮੋਕ੍ਰੈਟਿਕ ਤਰੀਕੇ ਨਾਲ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਵੀ ਤੁਸੀਂ ਦੋਸ਼ੀਆਂ ਨੂੰ ਫੜੋ। ਹੋਰ ਇਹਦਾ ਕੋਈ ਲੋਕਾਂ ਨੂੰ ਤੰਗ ਕਰਨ ਦਾ ਲੋਕ ਸਾਡੇ ਹੀ ਨੇ, ਇਹੋ ਜਿਹਾ ਕੋਈ ਮਨੋਰਥ ਨਹੀਂ ਹੈਗਾ। ਤੇ ਕਿੱਥੇ ਕਿੱਥੇ ਤੁਸੀਂ ਪੰਜਾਬ ਦੇ ਵਿੱਚ ਬੰਦ ਕਰ ਰਹੇ ਹੋ 18 ਤਰੀਕ ਨੂੰ?
18 ਤਰੀਕ ਨੂੰ ਪੂਰੇ ਪੰਜਾਬ 'ਚ ਹੀ ਹੋਏਗਾ। ਅੰਮ੍ਰਿਤਸਰ ਦਾ ਸਪੋਰਟ ਅਸੀਂ ਥੋੜੇ ਟਾਈਮ ਬਾਅਦ ਇਹਦਾ ਡਿਕਲੇਅਰ ਕਰ ਦਿਆਂਗੇ। ਅੱਛਾ ਬੰਦੇਰ ਸਾਹਿਬ, ਸਰਕਾਰ ਕਹਿ ਰਹੀ ਹੈ, ਪੰਜਾਬ ਸਰਕਾਰ ਇਹ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ ਹੈ। ਕੈਪਟਨ ਸਰਕਾਰ ਨੇ ਸਹੁੰ ਖਾਧੀ ਸੀ ਵੀ ਅਸੀਂ ਇੱਕ ਤਾਂ ਨਸ਼ਾ ਖਤਮ ਕਰਾਂਗੇ, ਇੱਕ ਇਹ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ। ਕੀ ਇਹ ਸੱਚ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਹੈ ਜਾਂ ਇਹ ਚੁਣਾਵੀ ਜੁਮਲਾ ਹੀ ਸੀਗਾ? ਨਾ ਇਹ ਚੁਣਾਵੀ ਜੁਮਲਾ ਨਿਕਲਿਆ। ਥੋੜਾ ਜਿਹਾ ਕਰਜ਼ਾ ਮਾਫ ਹੋਇਆ, ਊਟ ਤੋਂ ਛਾਨਲੀ ਰੱਖੀ ਹੈ। ਬਾਕੀ ਹੁਣ ਤਾਂ ਉਹ ਜਵਾਬ ਹੀ ਦਿੱਤਾ ਵੀ ਕਰਜ਼ਾ ਮਾਫੀ ਨਹੀਂ ਕਰ ਸਕਦੇ, ਪੈਸਾ ਨਹੀਂ ਹੈ। ਕਿਸਾਨ ਦੇਖੀਏ ਇਹਦਾ ਲਗਾਤਾਰ ਜਿਹੜਾ ਇਹਦਾ ਹੱਲ ਕੀ ਹੈ? ਦੇਖੋ ਭ੍ਰਸ਼ਟਾਚਾਰ ਦੀ ਦੀਮਕ ਜਿਹੜੀ ਆ ਉਹ ਦੇਸ਼ ਨੂੰ ਖੋਖਲਾ ਕਰ ਰਹੀ ਹੈ। ਬੇਰੋਜ਼ਗਾਰੀ ਬੜੀ ਵੱਡੀ ਸਮੱਸਿਆ, ਬੱਤੀ ਮਹਿੰਗੀ ਹੈ, ਮਹਿੰਗਾਈ ਚਰਮ ਤੇ ਆ। ਇਹ ਇੱਕ ਨਹੀਂ ਕਈ ਸਮੱਸਿਆਵਾਂ ਹੈ ਜਿਹੜੀਆਂ ਵਿਕਰਾਲ ਰੂਪ ਧਾਰਨ ਕਰ ਗਈਆਂ। ਆਉਣ ਵਾਲੇ ਸਮੇਂ ਦੇ ਵਿੱਚ ਅਨਾਜ ਘਟ ਜਾਣਾ, ਇਹਦੇ ਬਾਅਦ ਕੀ ਸਰਕਾਰਾਂ ਦਾ ਧਿਆਨ ਨਹੀਂਗਾ? ਨਹੀਂ, ਬਿਲਕੁਲ ਸਰਕਾਰਾਂ ਦਾ ਧਿਆਨ ਹੈ ਨਹੀਂਗਾ। ਉਹ ਕਾਰਪੋਰੇਟ ਪੱਖੀ ਨੇ, ਨਿੱਜ ਮਫਾਦ ਲਿਆਉਂਦੇ ਨੇ। ਇਹਦੇ ਲਈ ਲੋਕਾਂ ਨੂੰ ਸਿਆਣੇ ਹੋਣਾ ਪਊਗਾ। ਲੋਕ ਸਿਆਣੇ ਹੋਣ ਔਰ ਮਜਬੂਰ ਕਰੀਏ ਅਸੀਂ, ਜਦੋਂ ਉਹ ਇਲੈਕਸ਼ਨਾਂ 'ਚ ਵੋਟਾਂ ਮੰਗਣ ਆਉਂਦੇ ਨੇ, ਸਵਾਲ ਕਰੀਏ ਵੀ ਤੁਸੀਂ ਦਿੱਤਾ ਕੀ ਆ। ਲੋਕਾਂ ਕੋਲੇ ਇਹੀ ਗੱਲ ਆ ਵੀ ਲੋਕਾਂ ਕੋਲੇ ਸੰਘਰਸ਼ ਕਰਨ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਬਚਦਾ ਵੀ ਉਹ ਆਪਦੇ ਮੁੱਦਿਆਂ ਨੂੰ ਚੱਕਣ ਔਰ ਸਰਕਾਰਾਂ ਨੂੰ ਮਜਬੂਰ ਕਰਨ ਵੀ ਸਾਡੀਆਂ ਗੱਲਾਂ ਮੰਨੋ। ਉਵੇਂ ਕੋਈ ਤੁਹਾਨੂੰ ਸਿਆਸੀ ਪਾਰਟੀ ਇਨਸਾਫ ਦੇਣਾ ਚਾਹੁੰਦੀ ਨਹੀਂ ਹੈ। ਦੇਖੋ ਲੰਬੇ ਸਮੇਂ ਤੋਂ ਦੇਖੋ ਪੰਜਾਬ ਤੇ ਕਰਜ਼ ਚੜ ਗਿਆ, ਕਰੀਬ ਪੌਣੇ 3 ਲੱਖ ਕਰੋੜ ਦਾ ਕਰਜ਼ਾ। ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਦੇਖੋ ਇਹਦੇ ਲਈ ਪੰਜਾਬ ਦੀਆਂ ਸਰਕਾਰਾਂ ਜ਼ਿੰਮੇਵਾਰ, ਜਿਨ੍ਹਾਂ ਨੇ ਕਰਜ਼ਾ ਚੜਾਇਆ। ਕੋਈ ਇਹੋ ਜਿਹੀ ਪਾਲਿਸੀ ਨਹੀਂ ਲੈ ਕੇ ਆਏ। ਜਿੰਨਾ ਥਾਵਾਂ ਤੋਂ ਰੈਵਨਿਊ ਇਕੱਠਾ ਹੋਣਾ ਸੀ ਆਪਣਾ ਰੇਤ ਤੋਂ, ਉੱਤੇ ਕੋਈ ਪਾਲਿਸੀ ਨਹੀਂ। ਟਰਾਂਸਪੋਰਟ ਤੋਂ ਰੈਵਨਿਊ ਇਕੱਠਾ ਉੱਤੇ ਕੋਈ ਪਾਲਿਸੀ ਨਹੀਂ। ਆਬਕਾਰੀ ਤੇ ਕੋਈ ਪਾਲਿਸੀ ਨਹੀਂ ਹੈਗੀ। ਤਾਂ ਉਹ ਤਾਂ ਆਪਣੇ ਢਿੱਡਾਂ 'ਚ ਪਾ ਰਹੇ ਖਜ਼ਾਨਾ ਭਰਨ ਦੀ ਸਾਰ। ਬੰਦੇ ਸਾਹਿਬ, ਸਾਰੀਆਂ ਪਾਰਟੀਆਂ ਕਹਿੰਦੀਆਂ, ਕਾਂਗਰਸ ਕਹਿੰਦੀ ਅਸੀਂ ਹਮਾਇਤੀ ਕਿਸਾਨ ਦੇ, ਸ਼੍ਰੋਮਣੀ ਅਕਾਲੀ ਦਲ ਕਹਿੰਦਾ ਵੀ ਅਸੀਂ ਸੰਘਰਸ਼ ਕਰਦੇ ਆ 17 ਸਤੰਬਰ ਨੂੰ ਜਾ ਕੇ ਅਸੀਂ ਹਮਾਇਤੀ ਹਾਂ, ਆਮ ਆਦਮੀ ਪਾਰਟੀ ਕਹਿੰਦੀ ਅਸੀਂ ਹਮਾਇਤੀ ਹਾਂ, ਬੀਜੇਪੀ ਕਹਿੰਦੀ ਅਸੀਂ ਹਮਾਇਤੀ ਹਾਂ। ਤੇ ਕਿਸਾਨਾਂ ਦੀ ਹਮਾਇਤੀ ਹੈ ਕੌਣ? ਜਦ ਕਿ ਕਿਸਾਨ ਤੇ ਕਰਜ਼ 'ਚ ਜੋ ਡੁੱਬਿਆ ਹੈ ਤੇ ਉਹ ਆਤਮ ਹੱਤਿਆ ਕਰ ਰਿਹਾ ਹੈ। ਦੇਖੋ ਕਿਸਾਨਾਂ ਦਾ ਕੋਈ ਨਹੀਂ ਹੈ। ਕਾਰਪੋਰੇਟ ਪੱਖੀ ਨੀਤੀਆਂ ਸਾਰਿਆਂ ਦੀਆਂ। ਜਦੋਂ ਐਡਾ ਵੱਡਾ ਅੰਦੋਲਨ ਚੱਲ ਰਿਹਾ, ਉਸ ਅੰਦੋਲਨ ਵਿੱਚ ਕਿਸਾਨ ਦੀ ਗੱਲ ਕਰੇ ਤੋਂ ਬਗੈਰ ਕੋਈ ਵੀ ਸਿਆਸੀ ਪਾਰਟੀ ਸੱਤਾ 'ਚ ਨਹੀਂ ਆ ਸਕਦੀ। ਆਪਣੀਆਂ ਵੋਟਾਂ ਦੀਆਂ ਗਿਣਤੀਆਂ ਮਿੰਤੀਆਂ ਨੂੰ ਰੱਖ ਕੇ ਸਾਰੀਆਂ ਪਾਰਟੀ ਬੋਲਦੀਆਂ ਨੇ, ਸਭ ਕੁਝ ਹੋ ਰਿਹਾ। ਅੱਛਾ, ਲਖੀਮਪੁਰ ਕਾਂਡ ਦੀ ਦੇਖੋ ਘਟਨਾ ਹੁੰਦੀ ਬੜੀ ਵੱਡੀ, ਬਿਆਨਬਾਜ਼ੀਆਂ ਹੁੰਦੀਆਂ, ਤੇ ਕੀ ਪੰਜਾਬ ਦੇ 117 ਐਮਐਲਏ ਜਾ ਕੇ ਉੱਥੇ ਬਹਿ ਨਹੀਂ ਸਕਦੇ? ਹੀ ਦਿੱਲੀ ਮੋਹਰੇ ਤੇ ਪ੍ਰਧਾਨ ਮੰਤਰੀ ਦੇ ਮੋਹਰੇ ਵੀ ਇਨਸਾਫ ਦਿਓ, ਜੋ ਹੋਇਆ ਗਲਤ ਹੋਇਆ, ਪਰ ਇਹਨਾਂ ਨਾਲ ਕੀਤਾ ਤਾਂ ਕੱਖ ਨਹੀਂ। ਇਹ ਤਾਂ ਕੋਈ ਵੀ ਸਿਆਸੀ ਪਾਰਟੀ ਆ, ਉਹ ਕੋਈ ਵੀ ਘਟਨਾਕ੍ਰਮ ਹੋ ਜੂ, ਉਹਨੂੰ ਹੱਕ ਆ ਬੋਲਣ ਦਾ, ਪਰ ਉਹ ਪਰਦੇ ਦੇ ਪਿੱਛੇ ਆਪਣੀ ਵੋਟ ਪੱਕੀ ਕਰੂਗੀ ਤੇ ਰੋਟੀਆਂ ਸੇਕੂਗੀ। ਉਹ ਮਸਲੇ ਦਾ ਹੱਲ ਲਾ ਲਓ, ਇਹ ਪਾਸੇ ਉਹਨਾਂ ਦਾ ਧਿਆਨ नहीं ਹੁੰਦਾ। ये देखिए सरवन सिंह पदेर हैं, देखिए महिलाएं बड़ी गिनती में यहाँ पर पहुंची हुई हैं। इनका कहना है कि सरकार ने जिम्मेदार हैं, क्योंकि सरकारों के गलत नीतियों के कारण ही पंजाब पर कर्जा चढ़ गया। 3.25 लाख करोड़ रुपए का कर्जा हो गया। वो आम आदमी तो कर्जे चढ़ाया नहीं, आम आदमी तो हर चीज पर टैक्स देता है, चाहे चीनी जो भी वो खरीदता है उस पर वो टैक्स देता है, क्योंकि इनडायरेक्ट टैक्स हर एक के ऊपर है। तो फिर पंजाब बेरोजगारी में क्यों डूबा हुआ है, कर्ज में क्यों डूबा है? भ्रष्टाचार सर तक, पैर से लेकर सर तक भ्रष्टाचार रूपी जो राक्षस है वो फन फैलाए बैठा हुआ है। नेताओं के पास जो है बड़े बड़े साम्राज्य हो गए, अधिकारियों के पास बड़ी बड़ी जमीनें हो गई, लेकिन आम व्यक्ति जाए तो जाए कहाँ? अब ये देख सकते हैं आप, अब जब आपको ले चलते हैं, देखिए महिलाएं यहाँ बड़ी संख्या में आई हुई हैं। एक हम बात करेंगे इनके साथ, ये क्या समझती हैं? की नाम ਤੁਹਾਡਾ? ਬਲਬੀਰ ਕੌਰ ਸਾਰੰਗ। ਅੱਜ ਤੁਸੀਂ ਆਏ ਹੋ ਇੱਥੇ, ਦੇਖੋ ਕਾਰਪੋਰੇਟ ਘਰਾਣੇ ਦੇ ਪੁਤਲੇ ਸਜਾਏ ਜਾ ਰਹੇ, ਤੁਹਾਡਾ ਕੀ ਕਹਿਣਾ ਹੈ ਵੀ ਸਰਕਾਰ ਤਾਂ ਗੱਲ ਨਹੀਂ ਸੁਣ ਰਹੀ? ਸਾਡਾ ਇਹ ਕਹਿਣਾ ਹੈ ਕਿ ਸਰਕਾਰਾਂ ਜਿਹੜੀਆਂ ਸਾਡੇ ਨਾਲ ਬਹੁਤ ਧੱਕਾ ਕਰ ਰਹੀਆਂ ਵਾ, ਅਸੀਂ ਬਹੁਤ ਦੁਖੀ ਹੋ ਗਏ ਨਾ ਸਰਕਾਰਾਂ ਤੋਂ। ਫਸਲਾਂ ਸਾਡੀਆਂ ਨਹੀਂ ਵਿਕਦੀਆਂ, ਬੱਚੇ ਸਾਡੇ ਬੇਰੁਜ਼ਗਾਰ ਨਸ਼ਈ ਹੋ ਗਏ ਆ, ਤੇ ਜੋ ਕਿਸਾਨ ਹੈ ਉਹਨਾਂ ਦੇ ਉੱਤੇ ਵੀ ਬਹੁਤ ਜ਼ੁਲਮ ਹੋ ਰਹੇ ਨੇ। ਲਖੀਮਪੁਰ ਲਖੀਰੀ ਦੇ ਵਿੱਚ ਸਾਡੇ 4 ਜਵਾਨ ਸ਼ਹੀਦ ਹੋ ਗਏ, ਉੱਥੇ ਸਿੱਖ ਸਾਡੇ ਕਿਸਾਨ। ਜੇ ਆਰਮੀ ਦੇ ਜਵਾਨ ਹੈ ਤਾਂ ਉਹ ਵੀ ਸਾਡੇ ਬੱਚੇ ਸ਼ਹੀਦ ਹੁੰਦੇ ਜਾਂਦੇ ਆ। ਅਸੀਂ ਹੁਣ ਦੁਖੀ ਹੋ ਗਏ, ਸਟੈਪ ਚੁੱਕੇ ਆ ਕਿ ਅਸੀਂ ਆਉਣ ਵਾਲਾ ਜਿਹੜਾ ਸਾਡਾ 2022 ਆ, ਇਹਦੇ ਵਿੱਚ ਕੋਈ ਨਵਾਂ ਐਕਸ਼ਨ ਲੈ ਕੇ ਸਰਕਾਰਾਂ ਨੂੰ ਮਾਤ ਪਾਵਾਂਗੇ। ਨਸ਼ਾ ਕਿੰਨੀ ਵੱਡੀ ਸਮੱਸਿਆ ਪਿੰਡਾਂ 'ਚ? ਬਹੁਤ ਜ਼ਿਆਦਾ ਸਮੱਸਿਆ ਵਾ। ਸਾਡੇ ਬੱਚੇ ਛੋਟੀ ਉਮਰ ਦੇ ਬੱਚੇ ਆ ਜਿਹੜੇ ਸਾਡੇ ਨਸ਼ਿਆਂ ਦੇ ਵਿੱਚ ਰੁੱਝੇ ਹੋਏ ਆ, ਉਹਨਾਂ ਦੀ ਜ਼ਿੰਦਗੀ ਖਰਾਬ, ਉਹਨਾਂ ਦੇ ਮਾਪਿਆਂ ਦੀ ਵੀ ਖਰਾਬ, ਉਹਨਾਂ ਦੇ ਬੱਚਿਆਂ ਦੀ ਵੀ ਜ਼ਿੰਦਗੀ ਖਰਾਬ ਆ। ਅਸੀਂ ਬਹੁਤ ਦੁਖੀ ਆ ਨਸ਼ਿਆਂ ਤੋਂ। ਕੋਈ ਤੇ ਜਿਵੇਂ ਸਰਕਾਰਾਂ ਕਹਿੰਦੀਆਂ ਵੀ ਇਹ ਨਸ਼ਾ ਖਤਮ ਕਰਨਾ ਹੈ, ਕੋਈ ਸਰਕਾਰਾਂ ਸਾਡੇ ਦੇ ਪਿੰਡਾਂ ਦੇ ਵਿੱਚ ਕੋਈ ਆਣ ਕੇ ਨਸ਼ੇ ਦੇ ਉੱਤੇ ਕਾਬੂ ਨਹੀਂ ਪਾਉਂਦੀਆਂ। ਮੈਂ ਤੇ ਕਦੀ ਅਜੇ ਤੱਕ ਨਹੀਂ ਵੇਖਿਆ ਕਿ ਕੋਈ ਸਰਕਾਰ ਨੇ ਆਣ ਕੇ ਐਲਾਨ ਕੀਤਾ ਹੋਵੇ ਕਿ ਕਿਸੇ ਅਫਸਰ ਦੀ ਡਿਊਟੀ ਲਾਈ ਹੋਵੇ ਕਿ ਜਾਓ ਇਹਨਾਂ ਸਰਕਾਰਾਂ ਬੱਚਿਆਂ ਦੇ ਉੱਤੇ ਜਿਹੜਾ ਕੋਈ ਥੋੜਾ ਬਹੁਤਾ ਰਹਿਮ ਕਰੋ ਤੇ ਇਹਨਾਂ ਨਸ਼ਿਆਂ ਦੇ ਉੱਤੇ ਕਾਬੂ ਪਾਓ। ਕੀ ਨਾਮ ਤੁਹਾਡਾ? ਨਸ਼ਾ, ਮੇਰਾ ਨਾਮ ਦਰਸ਼ਨ ਕੌਰ ਸਾਰੰਗੜਾ। ਬੀਜੀ, ਕੀ ਨਸ਼ਾ, ਬੇਰੋਜ਼ਗਾਰੀ ਦਾ ਨਸ਼ਾ ਹੈ ਨਾ,
ਕਿ ਦੱਸ ਨਹੀਂ ਸਕਦੇ ਅਸੀਂ ਦਿਲ ਫੁੱਲ ਕੇ। ਤੁਹਾਨੂੰ ਘਰ ਘਰ ਵਿੱਚ ਮੌਤਾਂ ਹੋਣ ਡੀਆਂ, ਜਿਹੜੇ ਬੱਚੇ ਜੀਂਦੇ ਉਹਨਾਂ ਦਾ ਵੀ ਕੋਈ ਹਾਲ ਨਹੀਂ, ਪਤਾ ਨਹੀਂ ਕੀ ਬਣ ਜਾਣਾ। ਇਹ ਸਰਕਾਰ ਸ਼ਰੇਆਮ ਨਸ਼ਾ ਵੇਚਣ ਡਿਆ, ਕੋਈ ਪੁੱਛ ਗਿੱਛ ਨਹੀਂ ਜੇ। ਆਂਦੇ ਸੀ ਅਸੀਂ ਇੰਨੇ ਚਿਰ ਚ ਬੰਦ ਕਰ ਦਾਂਗੇ, ਆਹ ਕਰ ਦਾਂਗੇ। ਘਰਾਂ ਦੀਆਂ ਇੱਟਾਂ ਲਾ ਕੇ ਲੋਕਾਂ ਦੇ ਬੱਚਿਆਂ ਨੇ ਵੇਚ ਲੀਆਂ। ਨਹੀਂ ਤੇ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਘਰ ਵਿਖਾਉਣੀ ਆ। ਨਸ਼ਾ ਦੇ ਨੇ ਤੁਹਾਨੂੰ ਜਾ ਕੇ, ਜਿਨ੍ਹਾਂ ਦਾ ਮਾਂ ਪਿਓ ਘਰਾਂ ਤੋਂ ਨਿਕਲ ਗਿਆ ਜੇ, ਸੱਚ ਜੇ ਜਾ ਕੇ ਵੇਖੋ ਇੱਕ ਵਾਰ ਮੇਰੇ ਨਾਲ, ਕੱਖ ਨਹੀਂ ਰਹਿ ਗਿਆ ਘਰਾਂ ਦੇ ਵਿੱਚ। ਪੰਜਾਬ ਬਰਬਾਦ ਹੋ ਗਿਆ, ਬਰਬਾਦ ਹੋ ਗਿਆ, ਕੁਛ ਨਹੀਂ ਰਹਿ ਗਿਆ। ਲੋਕਾਂ ਦੇ ਘਰਾਂ ਵਿੱਚ ਭਾਂਡਿਆਂ ਤੱਕ ਲੋਕਾਂ ਵੇਚ ਲਿਆ, ਪਰ ਨਸ਼ੇ ਦੇ ਕੋਈ ਕਾਬੂ ਨਹੀਂ ਕਿਸੇ ਸਰਕਾਰ ਨੇ ਨਹੀਂ ਕੀਤਾ। ਖਤਮ ਕਰਤਾ, ਜਿਹਨੂੰ ਜਿਸ ਪੰਜਾਬ ਨੂੰ ਕਹਿੰਦੇ ਇਹ ਸੋਨੇ ਦੀ ਚਿੜੀ ਆ, ਜੋ ਲੋਹੇ ਦੀ ਵੀ ਨਹੀਂ ਰਹੇਗੀ। ਸੋਨੇ ਦੀ ਇਹਨਾਂ ਮਿੱਟੀ ਨਾਲ ਲਾਤਾ ਪੰਜਾਬ ਨੂੰ। ਅਸੀਂ ਇੰਨੇ ਪਰੇਸ਼ਾਨ ਆ ਕਿ ਸਾਡਾ ਜੀ ਕਰਦਾ ਵੀ ਇਹ ਸਾਡੇ ਬੱਚੇ ਨਸ਼ਾ ਖਾ ਕੇ ਮਰਦੇ ਆ ਨਾ, ਸਾਨੂੰ ਕੋਈ ਮਾਰ ਦੇਣ ਇਹੋ ਜਿਹੀ ਚੀਜ਼ ਦੇ ਕੇ, ਅਸੀਂ ਮਰਨ ਨੂੰ ਤਿਆਰ ਆ, ਪਰ ਸਾਡੇ ਕੋਲ ਜਰਿਆ ਨਹੀਂ ਜੇ ਜਾਂਦਾ। ਜੀ ਇਹ ਲੀਡਰ ਆਉਂਦੇ ਆ ਹਰ ਵਾਰੀ ਵੋਟਾਂ ਦੇ ਮੰਗਦੇ ਆ, ਤੇ ਉਦੋਂ ਕਦੀ ਪੁੱਛਿਆ ਨਹੀਂ ਇਹਨਾਂ ਨੂੰ? ਅਸੀਂ ਪੁੱਛਦੇ ਆਂਦੇ ਬਸ ਐਤਕਾਂ ਦੀ ਵਾਰੀ ਆ, ਅਸੀਂ ਉੱਥੇ ਸਹੁੰ ਖਾ ਲਈ ਗੁਟਕੇ ਸਾਹਿਬ ਤੇ, ਦੂਜਿਆਂ ਦਾ ਅਸੀਂ ਇੱਥੇ ਖਾ ਲਈ, ਤੁਹਾਡੇ ਪਿੰਡਾਂ 'ਚ ਨਸ਼ਾ ਬੰਦ ਹੋ ਜਾਊਗਾ। ਪਰ ਅੱਜ ਤੱਕ ਕਿਸੇ ਨੇ ਨਹੀਂ ਇਹ ਸੋਚਿਆ। ਕਦੀ ਬਾਦਲ ਸਰਕਾਰ ਆ ਗਈ, ਕਦੀ ਕੈਪਟਨ ਸਰਕਾਰ ਆ ਗਈ, ਕਦੀ ਕੋਈ ਆ ਗਿਆ, ਪਰ ਆਹ ਮੁੱਦਾ ਨਹੀਂ ਜੇ ਕਿਸੇ ਨੇ ਅੱਜ ਤੱਕ ਪੁੱਛਿਆ। ਪਰ ਇਹਦੇ ਇੰਨਾ ਧੱਕਾ, ਸਾਰੇ ਅਸੀਂ ਦੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਪਿੰਡਾਂ ਦੇ ਵਿੱਚ ਜੋ ਹਾਲ ਹੋਣ ਡਿਆ ਨਾ, ਇਹਦੇ ਵਾਸਤੇ ਕੋਈ ਸਾਰੇ ਕਿਤੇ ਵੀ ਕੋਈ ਕਿਸ ਤਰ੍ਹਾਂ ਦੀ ਅਪੀਲ ਦਲੀਲ ਕੀਤੀ ਜਾਵੇ ਕਿ ਬੱਚੇ ਬਚ ਜਾਣ। ਨਹੀਂ ਤੇ ਬੱਚਿਆਂ ਦਾ ਮੰਦਾ ਹਾਲ ਜੇ, ਬੱਚੇ ਛੋਟੇ ਛੋਟੇ ਬੱਚੇ 12-12 ਸਾਲ ਦੇ, 18 ਸਾਲ ਦੇ ਬੱਚੇ ਖਤਮ ਹੁੰਦੇ ਜਾਂਦੇ ਆ। ਕਿਹੜਾ ਨਸ਼ਾ ਕਰਦੇ ਆ? ਕੋਈ ਚਿੱਟਾ ਆਂਦਾ ਹੈ, ਕੋਈ ਸਮੈਕ ਆਂਦਾ ਹੈ, ਕੋਈ ਪਤਾ ਨਹੀਂ ਹੀਰੋਇਨ ਆਂਦਾ। ਅਸੀਂ ਤੇ ਅਜੇ ਤੱਕ ਵੇਖਿਆ ਨਹੀਂ ਜੇ। ਜਾਂਦੇ ਅੰਦਰਾਂ 'ਚ ਟੀਕੇ ਲਾ ਕੇ ਲੋਕਾਂ ਦੇ ਬੱਚੇ ਬਾਹਰ ਆ ਜਾਂਦੇ। ਪਤਾ ਲੱਗਦਾ ਉਦੋਂ ਜਦੋਂ ਅੱਜ ਹੀ ਫਲਾਣੇ ਦਾ ਪੁੱਤ ਮਰ ਗਿਆ ਜੇ, ਭੱਜੇ ਜਾਈਦਾ, ਜਾਂਦਿਆਂ ਨੂੰ ਹੁੰਦਾ ਹੀ ਕੱਖ ਨਹੀਂ, ਖਤਮ ਹੋ ਜਾਂਦਾ ਉੱਥੇ। ਇਹ ਤਾਂ ਨਸਲਾਂ ਬਰਬਾਦ ਹੋ ਰਹੀਆਂ। ਇਸ ਤਰ੍ਹਾਂ ਨਸਲਾਂ ਬਰਬਾਦ ਹੋ ਗਈਆਂ। ਖਤਮ ਹੋ ਗਿਆ ਪੰਜਾਬ, ਖਤਮ ਹੋ ਗਿਆ। ਆਉਣ ਵਾਲੀਆਂ ਨਸਲਾਂ ਸਭ ਖਤਮ ਹੋ ਗਈਆਂ ਵਾ। ਤੇ ਸਰਕਾਰਾਂ ਦੇ ਘਰ ਆਪਣੇ ਤੇ ਢਿੱਡ ਭਰਦੇ ਨਹੀਂ ਆ, ਤੇ ਆਮ ਬੰਦਾ ਕਰੇ ਤੇ ਕਰੇਗੀ। ਕਰੇਗੀ ਕੁਛ ਨਹੀਂ। ਇਹਨਾਂ ਨੇ ਤਾਂ ਛੱਟ ਲਿਆ ਪੰਜਾਬ ਨੂੰ, ਤੇ ਇਹ ਚੱਟ ਕੇ ਗਏ ਗਿਆ। ਜਿਸ ਤਰ੍ਹਾਂ ਕੋਈ ਕਾਗਜ਼ ਨੂੰ ਚੱਟ ਲੈਂਦਾ ਨਾ, ਉੱਤੇ ਕਹਿੰਦੀ ਇਹਨਾਂ ਨੇ ਪੰਜਾਬ ਦਾ ਛੱਡਿਆ ਹੀ ਕੱਖ ਨਹੀਂ। ਕਿਹੜਾ ਪਿੰਡ ਹੈ ਤੁਹਾਡਾ? मेरा पिंड सारंगड़ा वाघे बॉर्डर लागे। ये सीमावर्ती गांव से महिला है, रो रही हैं, भावुक हो गई हैं। गांवों में साडा असीं बड़े दुखी हैं। असीं किसे नूं दस्सिए कि साडा खुद अपना बच्चा भी, साडे रिश्तेदारां दे आंढ गवांढ दे बच्चे मर गए, बच्चियां ने प्यो मार कते। एडा मंदा हाल साडे पिंडां दा जिद्दां अंत कोई नहीं। असीं किन्नू दस्सिए, साडी कोई सुनने वाला ही नहीं। किथे करिए कि यही। ये देखिए, ये महिला देखिए चिल्ला चिल्ला कर कह रही है कि आखिरकार अपना दुखड़ा किसे सुनाएं। देता आते हैं, आश्वासन देते हैं, कोई नहीं सुनता, कोई नहीं सुनता। औखे हो गए सेंटरां 'च बच्चियां नूं घल्लदे आ, पर सेंटर वाले आंदे इन्ना 20,000 रुपया दे दो, 50,000 दे दो, कित्थों कोई दवे। तुसीं सियाणे जिहदे कोल 10,000 नहीं, 5,000 नहीं, कित्थों बच्चियां नूं घल्लूगा। ये है आम आदमी का दर्द। आम आदमी रो रो कर कह रहा है कि हमारे बच्चे मर रहे हैं, बेरोजगारी से मर रहे हैं, नशों से मर रहे हैं। आखिरकार लोग जाएं तो जाएं कहां? इसके लिए जिम्मेदार कौन है? की नाम है भैन जी तुहाडा? ਸਤਿੰਦਰ ਕੌਰ, ਕਿਹੜਾ ਪਿੰਡ ਹੈ ਤੁਹਾਡਾ? ਇਹ ਅੰਮ੍ਰਿਤਸਰ ਜ਼ਿਲ੍ਹਾ ਚਾਟੀਵਿੰਡ ਲੇਲ ਤੋਂ। ਸਾਨੂੰ ਇਹ ਸਰਕਾਰਾਂ ਨੇ ਬਹੁਤ ਹੀ ਤੰਗ ਕੀਤਾ ਹੋਇਆ ਵਾ, ਕਿਉਂਕਿ ਸਰਕਾਰਾਂ ਆਪਾਂ ਜਦੋਂ ਇਲੈਕਸ਼ਨ ਆਉਂਦਾ ਆ ਉਦੋਂ ਸਾਡੇ ਤੇ ਆ ਕੇ ਘਰਾਂ ਘਰੀ ਆ ਕੇ ਬਹੁਤ ਆਪਣੇ ਕਰਦੇ ਫਰਜ਼ੇ ਦਾ ਵੀ ਅਸੀਂ ਇਵੇਂ ਕਰਾਂਗੇ ਜਿਵੇਂ ਕਰਾਂਗੇ, ਪਰ ਇਹ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਇਹਨਾਂ ਨੂੰ ਹਰ ਟਾਈਮ ਇਹਨਾਂ ਨੂੰ ਚੇਤਾ ਹੋ ਜਾਂਦਾ। ਹੁਣ ਅਸੀਂ ਸਾਡਾ ਕਿਹੜਾ ਜੀ ਕਰਦਾ ਇੱਥੇ ਆ ਕੇ ਬਈਏ ਆਪਣੇ ਘਰ ਛੱਡ ਕੇ, ਕਿੰਨੀ ਬਹੁਤ ਜ਼ਿਆਦਾ ਮੁਸ਼ਕਲ ਪਾਈ ਹੋਈ ਹੈ। ਹੁਣ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਭਰਾ ਜਿਹੜੇ ਬੈਠੇ ਆ, ਉਹਨਾਂ ਦੇ ਉੱਪਰ ਗੱਡੀਆਂ ਚੜਾਈਆਂ ਗਈਆਂ ਵਾ, ਉਹ ਵੀ ਸਾਡੇ ਆ। ਕੋਈ ਇਹਨਾਂ ਨੂੰ ਉਹਨਾਂ ਬਾਰੇ ਕੋਈ ਤਰਸ ਨਹੀਂ, ਕੋਈ ਕਿਸੇ ਤਰ੍ਹਾਂ ਦਾ ਕੋਈ ਹਾਲ ਨਹੀਂ। ਅਸੀਂ ਇਸੇ ਕਰਕੇ ਇੱਥੇ ਆਏ ਆ ਕਿ ਜੋ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾ ਵਾਪਰੀ ਆ, ਉਹਦੇ ਕਰਕੇ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਉਹ ਜਿਹੜੇ ਜੋ ਅਸੀਸ ਸਿੰਘ ਮਹਿਰਾ, ਅਜੇ ਸ਼ਰਮਾ, ਉਹਨਾਂ ਨੂੰ ਵੀ ਜੋ ਵੀ ਉਹਨਾਂ ਨੂੰ ਕੀਤਾ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸਿੰਘੂ ਬਾਰਡਰ ਤੇ ਵੀ ਇੱਕ ਲਟਕਾਤਾ ਗਿਆ, ਉਹਨੂੰ ਕਿਦਾਂ ਵੇਖਦੇ ਹੋ? ਹਾਂਜੀ, ਉਹ ਵੀ ਚਲੋ ਮੰਨਦੇ, ਉਹ ਵੀ ਉਹਨਾਂ ਦੀ ਗਲਤੀ ਹੋਈ ਹੈ। ਚਲੋ ਹਾਂ, ਚਲੋ ਜਿਵੇਂ ਆ ਵੀ ਚਲੋ ਉਹਨਾਂ ਵੀ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕਰਨ ਦੀ ਸੋਚਿਆ ਹੀ, ਪਰ ਚਲੋ ਇਹ ਰਲ ਮਿਲ ਕੇ ਚਲੋ ਚਾਹੀਦਾ ਸੀ ਸਾਰਿਆਂ ਨੂੰ ਆਪਣਾ। ਬਾਕੀ ਅਸੀਂ ਇਹੋ ਚਾਹੁੰਦੇ ਆ ਵੀ ਉਹਨਾਂ ਗਲਤੀ ਕੀਤੀ, ਉਹ ਵੀ ਸਰਕਾਰਾਂ ਨੇ ਭੇਜੇ ਹੋਏ ਆ। ਇਹ ਸਰਕਾਰਾਂ ਦੀਆਂ ਸਭ ਚਾਲਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਵਿੱਚ ਕੋਈ ਨਾ ਕੋਈ ਆਪਾਂ ਵਿਘਨ ਪਾਈਏ, ਤੇ ਇਹ ਆਪਾਂ ਕੋਈ ਨਾ ਕੋਈ ਕਰਕੇ ਇਹਨਾਂ ਨੂੰ ਥੋੜਾ ਬਹੁਤਾ ਵੀ ਕਹਿ। ਪਰ ਕੀ ਸਮਝਦੇ ਹੋ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ? ਪੰਜਾਬ ਦੀ ਨਸ਼ਾ ਹੈ ਬਹੁਤ। ਬਾਕੀ ਹੁਣ ਜਿਹੜੀ ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਆ। ਪੰਜਾਬ ਦੀ ਸਭ ਤੋਂ ਵੱਡੀ ਜੋ ਵੀ ਅਸੀਂ ਦੁਖੀ ਕਾਤੋਂ, ਇੱਕ ਨਸ਼ੇ ਤੋਂ, ਇੱਕ ਬੇਰੁਜ਼ਗਾਰੀ ਤੋਂ।
ਦੂਜਾ ਜੋ ਸਾਡਾ ਅੰਦੋਲਨ ਚੱਲਦਾ ਵਾ, ਜੋ ਸਿਆਸਤਾਂ ਚੱਲਣ ਡੀਆਂ ਵਾ ਸਰਕਾਰ ਦੀਆਂ, ਉਹ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਚੱਲਦੀਆਂ ਪਈਆਂ। ਪਰ ਅਸੀਂ ਇਦਾਂ ਅੰਦੋਲਨ ਜਿਹੜਾ ਵਾ ਜਾਰੀ ਰੱਖਾਂਗੇ। ਅਸੀਂ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਅਸੀਂ ਆਪਣਾ ਅੰਦੋਲਨ ਖਤਮ ਨਹੀਂ ਵਿਸ਼ਵਾਸਾਂ ਤੱਕ ਆਪਣਾ ਧਰਨੇ ਨਹੀਂ ਛੱਡਾਂਗੇ। देखिए ये तमाम महिलाएं हैं, इनका कहना है कि पंजाब में बेरोजगारी, नशा, भ्रष्टाचार बहुत बड़ी समस्या बन चुका है, बर्बाद हो रही है पंजाब की जवानी। आप देख सकते हैं ये महिलाएं यहाँ पर पहुंची हैं। इनका कहना है कि हमारा कोई शौक नहीं है और हम अपने घर बाहर छोड़कर यहाँ बैठे हुए हैं। किसानों के साथ अन्याय हो रहा है, पंजाब को एक सोची समझी साजिश के तहत बर्बाद कर दिया गया है। आप देख सकते हैं कि किसानों की ओर से कारपोरेट घरानों के जो पुतले बनाए गए हैं, जिस पर प्रधानमंत्री नरेंद्र मोदी की और गृह मंत्री अमित शाह के साथ साथ कई और नेताओं की भी तस्वीरें हैं, अंबानी अडानी की भी तस्वीरें हैं, उन्हें आग के हवाले कर दिया गया। इनका कहना है कि ये देश को खा गए हैं नेता, देश को बर्बाद कर दिया है। नेताओं के घर अपने बड़े बड़े बन गए, अमीर हो गए। जब अगर कहें हम रावण को जलाया गया था, रावण तो ऐसा, इनका कहना है कि वो ऐसा व्यक्ति था जिसने अपनी लंका सोने की बना दी थी, अपने लोगों के लिए लड़ता था, लेकिन इन नेताओं ने अपने महल सोने के बना लिए हैं और जनता आज गरीब हो रही है। अगर बात करें पूरे ग्लोबल इंडेक्स की तो आज भारत 116 देशों में भूखमरी में 101वें स्थान पर आ गया है, जो कि हम पाकिस्तान, बंगाल और नेपाल से भी पीछे हैं। आप देख सकते हैं कि किस तरह इस जो कारपोरेट घराने के बनाए गए पुतले को आग के हवाले कर दिया गया है। अमृतसर से D4 न्यूज़ के लिए दीपक भंडारी की खास रिपोर्ट।